ਕਰੋਨਾ ਹੋ ਗਿਆ ਸੀ, ਉਹਦੇ ਕਾਰਨ ਇਹਦੇ ਬ੍ਰੇਨ ਦੀਆਂ ਜਿਹੜੀਆਂ ਨਸਾਂ ਸੀਗੀਆਂ ਉਹ ਡੈਮੇਜ ਹੋ ਗਈਆਂ ਔਰ ਇਹਦੀ ਬਾਥਰੂਮ ਵਾਲੀ ਨਸ ਫਟ ਗਈ ਔਰ ਇਹਦੇ ਬਲੀਡਿੰਗ ਜਿਹੜੀ 3 ਘੰਟੇ ਲਗਾਤਾਰ ਇਹਦੀ ਬਲੀਡਿੰਗ ਹੋ ਰਹੀ ਸੀ। ਇਹਨੂੰ ਸਾਹ ਨਹੀਂ ਸੀ ਆਉਂਦਾ ਔਰ ਇਹ ਘਰੋਂ ਬਾਹਰ ਦੌੜਦਾ ਸੀਗਾ ਕਿ ਮੈਨੂੰ ਹਵਾ ਮਿਲੇ ਜਾਂ ਕੁਝ ਮਿਲੇ ਔਰ ਇਹ ਬਲਕਿ ਕਿਸੇ ਨੂੰ ਪਹਿਚਾਣਦਾ ਨਹੀਂ ਸੀ, ਨਾ ਬੋਲਦਾ ਸੀਗਾ, ਸਿਰਫ ਦੌੜਦਾ ਸੀ ਜਾਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ। जो बीमार है यीशु मसीह के नाम में चंगे हो जाओ और आजाद हो जाओ। जो नहीं कर सकते उसे करो यीशु मसीह के नाम। सिस्टर क्या नाम है आपका? मेरा नाम मोनिका। और आपके ब्रदर का नाम? मेरे ब्रदर का नाम जगप्रीत सिंह। आप अपनी टेस्टमनी बताएं, क्या टेस्टमनी है? ब्रदर जी, मेरे ब्रदर ਨੂੰ ਨਾ ਬਲਕਿ ब्रेन डैमेज हो गया ਸੀ ਇਹਦਾ ਔਰ ਇਹਨੂੰ आप बता रहे कि 2 महीने पहले आपके ब्रदर को कोविड कोरोना हो गया था। कोरोना हो गया ਸੀ, ਉਹਦੇ ਕਾਰਨ ਇਹਦੇ ਬ੍ਰੇਨ ਦੀਆਂ ਜਿਹੜੀਆਂ ਨਸਾਂ ਸੀਗੀਆਂ ਉਹ ਡੈਮੇਜ ਹੋ ਗਈਆਂ ਸੀ, ਸੋਜ ਸਵੈਲਿੰਗ ਹੋ ਗਈ ਸੀ ਔਰ ਇਹਦੀ ਛਾਤੀ ਦੇ ਵਿੱਚ ਬਹੁਤ ਜ਼ਿਆਦਾ ਪਸ ਭਰ ਗਈ ਸੀ, ਦੋਨੋਂ ਫੇਫੜੇ ਦੇ ਡੈਡ ਹੋ ਗਏ ਸੀ, ਯਾਨੀ ਕਿ ਪਸ ਦੇ ਨਾਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ। और आप बता रहे कि आपके भाई बिल्कुल ही पागलों की तरह हरकतें करते थे। हाँ जी, घर से भाग जाते थे बहुत ज़्यादा। ਇਹਨੂੰ ਯਾਨੀ ਕਿ ਆਪਣਾ ਗਲਾ ਘੁੱਟਦਾ ਸੀਗਾ, ਇਹਨੂੰ ਸਾਹ ਨਹੀਂ ਸੀ ਆਉਂਦਾ ਔਰ ਇਹ ਘਰੋਂ ਬਾਹਰ ਦੌੜਦਾ ਸੀਗਾ ਕਿ ਮੈਨੂੰ ਹਵਾ ਮਿਲੇ ਜਾਂ ਕੁਝ ਮਿਲੇ ਔਰ ਇਹ ਬਲਕਿ ਕਿਸੇ ਨੂੰ ਪਹਿਚਾਣਦਾ ਨਹੀਂ ਸੀ, ਨਾ ਬੋਲਦਾ ਸੀਗਾ, ਸਿਰਫ ਦੌੜਦਾ ਸੀ ਜਾਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ। और जो भी इसको पकड़ता था ये उन्हें भी मारते थे। हाँ जी, ਇਹਨੂੰ 10-10 ਜਣੇ ਬੰਨ ਕੇ ਰੱਖਦੇ ਸੀਗੇ, ਬਲਕਿ ਕਿਸੇ ਦੇ ਕੰਟਰੋਲ 'ਚ ਨਹੀਂ ਸੀ ਆਉਂਦਾ, ਓਵਰ ਕੰਟਰੋਲ ਹੋ ਜਾਂਦਾ ਸੀਗੇ ਬਿਲਕੁਲ। और आप बता रहे हैं कि आप डॉक्टर के पास लेकर गए जब इन्हें? हाँ जी, ਸਭ ਤੋਂ ਪਹਿਲਾਂ ਅਸੀਂ ਫਸਟ ਡਾਕਟਰ ਕੋਲ ਅਸੀਂ ਗਏ ਤੇ ਉਹਨਾਂ ਨੇ ਇਹਦਾ ਐਕਸਰਾ ਕੀਤਾ ਔਰ ਇਹਦਾ ਜਿਹੜਾ ਆਕਸੀਜਨ ਲੈਵਲ ਚੈੱਕ ਕੀਤਾ, ਆਕਸੀਜਨ ਲੈਵਲ ਬਹੁਤ ਘੱਟ ਸੀਗਾ ਔਰ ਇਹਦੇ ਐਕਸਰੇ ਦੇ ਵਿੱਚ ਪਤਾ ਲੱਗਾ ਕਿ ਇਹਦੀਆਂ ਦੋਨੋਂ ਜਿਹੜੀਆਂ ਫੇਫੜੇ ਜਿਹੜੇ ਹੈਗੇ ਆ ਉਹ ਪਸ ਦੇ ਨਾਲ ਬਲੌਕ ਹੋ ਚੁੱਕੇ ਆ। डॉक्टर ने बोला कि आप इनके फेफड़े जो है खराब हो चुके हैं पूरी तरह से। हाँ जी, हाँ जी, और बिल्कुल। इन्हें निमोनिया हो गया है। हाँ जी सर। उसके बाद ਉਹਦੇ ਬਾਅਦ ਸਾਨੂੰ ਡਾਕਟਰ ਨੇ ਉੱਥੋਂ ਜਵਾਬ ਦੇ ਦਿੱਤਾ ਕਿਉਂਕਿ ਇਹਦੀ ਹਾਲਤ ਬਹੁਤ ਖਰਾਬ ਸੀਗੀ। ਉਹਨਾਂ ਨੇ ਸਾਨੂੰ ਸਿਵਲ ਹਸਪੀਟਲ ਸ਼ਿਫਟ ਕਰ ਦਿੱਤਾ। ਉੱਥੇ ਜਦੋਂ ਅਸੀਂ ਗਏ ਤੇ ਉਹਨਾਂ ਨੇ ਇਹਦੀ ਕ੍ਰਿਟਿਕ ਦੇਖ ਕੇ, ਇਹਦੀ ਹਾਲਤ ਦੇਖ ਕੇ ਨਾ ਇਹਦੇ ਬਾਥਰੂਮ ਵਾਲੀ ਪਾਈਪ ਲਗਾ ਦਿੱਤੀ ਤੇ ਜਦੋਂ ਪਾਈਪ ਲਗਾਈਏ ਯਾਨੀ ਕਿ ਹੱਥ ਪੈਰ ਮਾਰਦਾ ਸੀ ਤੇ ਇਹਨੇ ਆਪਣੀ ਪਾਈਪ ਜਿਹੜੀ ਸੀ ਉਹ ਖਿੱਚ ਦਿੱਤੀ ਔਰ ਇਹਦੀ ਬਾਥਰੂਮ ਵਾਲੀ ਨਸ ਫਟ ਗਈ ਔਰ ਇਹਦੇ ਬਲੀਡਿੰਗ ਜਿਹੜੀ 3 ਘੰਟੇ ਲਗਾਤਾਰ ਇਹਦੀ ਬਲੀਡਿੰਗ ਹੋ ਰਹੀ ਸੀਗੀ। और बाथरूम वाली जगह से इनको लगातार 3 घंटे ब्लीडिंग चलती रही। हाँ जी ब्रदर, हाँ, बहुत ज्यादा थी, बहुत ज़्यादा। 11:30 ਵਜੇ ਰਾਤ ਦੇ ਬਲੀਡਿੰਗ ਸ਼ੁਰੂ ਹੋਈ, 2:30 ਵਜੇ ਤੱਕ ਇਹਦੀ ਬਲੀਡਿੰਗ ਇਦਾਂ ਸੀ ਜਿੱਦਾਂ ਕਿਸੇ ਨੇ ਟੂਟੀ ਛੱਡੀ ਹੁੰਦੀ ਹੈ, ਬਹੁਤ ਤੇਜ਼ ਬਲੀਡਿੰਗ ਹੋ ਰਹੀ ਸੀ ਇਹਨੂੰ। और सिविल हॉस्पिटल वालों ने भी इनकी कंडीशन देखकर आपको जवाब दे दिया। हाँ जी, ਸਾਨੂੰ ਉੱਥੋਂ ਉਹਨਾਂ ਨੇ ਜਵਾਬ ਦੇ ਦਿੱਤਾ। ਅਸੀਂ 2:30 ਵਜੇ ਨਿਊ ਰੂਬੀ ਹਸਪੀਟਲ ਲਿੰਕ ਰੋਡ ਤੇ ਉੱਥੇ ਸਾਨੂੰ ਸ਼ਿਫਟ ਕਰ ਦਿੱਤਾ। ਉੱਥੇ ਜਦੋਂ ਅਸੀਂ ਡਾਕਟਰ ਨੂੰ ਦਿਖਾਇਆ ਤੇ ਉੱਥੇ ਵੀ 4-5 ਜਣੇ ਇਹਨਾਂ ਨੂੰ ਫੜਦੇ ਸੀ ਤੇ ਪਰ ਇਹ ਕਿਸੇ ਦੇ ਕੰਟਰੋਲ 'ਚ ਨਹੀਂ ਸੀ ਆਂਦਾ। ਉਹਨਾਂ ਨੇ ਚੈੱਕ ਕੀਤਾ ਤੇ ਉਹਨਾਂ ਨੇ ਸਾਨੂੰ ਡਾਕਟਰ ਨੇ ਦੱਸਿਆ ਕਿ ਇਹਦੀ ਨਾ ਜਿਹੜੀ ਨਸ ਫਟੀ ਉਹਦਾ ਲੇਜ਼ਰ ਦਾ ਆਪਰੇਸ਼ਨ ਹੋਣਾ ਤੇ ਉਹ ਤੇ ਤੁਹਾਡਾ 1.5 ਲੱਖ ਰੁਪਇਆ ਤੁਹਾਨੂੰ ਜਮ੍ਹਾਂ ਕਰਾਉਣਾ ਪੈਣਾ, ਖਰਚਾ ਆਊਗਾ। डॉक्टर ने चेक करके बोला कि इसकी वो बाथरूम वाली नस को हम लेजर ऑपरेशन के साथ जोड़ देंगे। हाँ जी। और उसके ऊपर 1.5 लाख का खर्चा होगा। हाँ जी ब्रदर जी, ਸਾਡੇ ਕੋਲ ਉਸ ਟਾਈਮ 5000 ਰੁਪਇਆ ਸੀਗਾ ਬਸ ਤੇ ਉਸ ਟਾਈਮ ਮੈਨੂੰ ਪਾਪਾ ਦਾ ਜ਼ਬੂਰ ਵਰਸ਼ਿਪ ਯਾਦ ਆਈ ਤੇ ਮੈਂ ਉਸੇ ਟਾਈਮ ਆਪਣੇ ਫੋਨ ਤੇ ਜ਼ਬੂਰਾ 91 ਦੀ ਵਰਸ਼ਿਪ ਲਗਾਈ ਔਰ ਉਸੇ ਟਾਈਮ ਡਾਕਟਰ 2 ਮਿੰਟ ਲਈ ਅੰਦਰ ਗਏ ਔਰ ਉਹਨਾਂ ਦਾ ਪਰਮੇਸ਼ਵਰ ਨੇ ਬ੍ਰੇਨ ਨੂੰ ਚੇਂਜ ਕਰ ਦਿੱਤਾ ਔਰ ਉਹਨਾਂ ਨੇ ਆਂਦੇ ਸਾਨੂੰ ਕਿਹਾ, ਕਹਿੰਦੇ ਸਿਸਟਰ ਅਸੀਂ ਇੱਕ ਕੋਸ਼ਿਸ਼ ਕਰ ਸਕਦੇ, ਮੇਰੇ ਦਿਮਾਗ ਦੇ ਵਿੱਚ ਆਇਆ ਆ ਕਿ ਇੱਕ ਵਾਰੀ ਅਸੀਂ ਕੋਸ਼ਿਸ਼ ਕਰੀਏ ਤੇ ਇਹਨੂੰ ਪਾਈਪ ਦੁਆਰਾ ਲਗਾਉਣ ਦੀ, ਹੋ ਸਕਦਾ ਇਹਦੇ ਪਾਈਪ ਦੁਆਰਾ ਲਗਾਉਣ ਨਾਲ ਇਹਦੀ ਉਹ ਜਿਹੜਾ ਬਲੀਡਿੰਗ ਆ ਬੰਦ ਹੋ ਜਾਵੇ। और जैसे ही आपने अपोस्टल जी के वर्शिप सॉन्ग लगाकर सुनना शुरू किया, हाँ जी, उसी समय डॉक्टर ने अपनी स्टेटमेंट चेंज की। हाँ जी ब्रदर जी। और उसने कहा कि हम पहले इनके पाइप डालकर चेक करेंगे। हाँ जी। और ਉਦੋਂ ਉਹਨਾਂ ਨੇ ਜਦੋਂ ਬਲਕਿ ਕੈਂਸਲ ਕਰਕੇ ਨਾ ਉਹਨਾਂ ਨੇ ਜਦੋਂ ਪਾਈਪ ਲਗਾਇਆ ਸੀ, ਵਰਸ਼ਿਪ ਸੌਂਗ ਚੱਲ ਰਿਹਾ ਸੀਗਾ ਤੇ ਉਹ ਪਾਈਪ ਫਿੱਟ ਹੋ ਗਿਆ ਔਰ ਇਹਦਾ ਬਲੱਡ ਉਸੇ ਟਾਈਮ ਬਿਲਕੁਲ ਬੰਦ ਹੋ ਗਿਆ ਔਰ ਬਿਲਕੁਲ ਠੀਕ ਹੋ ਗਿਆ ਉਸੇ ਟਾਈਮ। ਇਹਦੀ ਜਿਹੜੀ ਮਤਲਬ ਕਿ 1.5 ਲੱਖ ਦਾ ਖਰਚਾ ਵੀ ਬਚਾਇਆ ਔਰ ਇਹ ਜਿਹੜਾ ਬਲੱਡ ਜਿੰਨਾ 2.5-3 ਘੰਟਿਆਂ ਵਿੱਚ ਇਹਦਾ ਨਿਕਲਿਆ ਉਹਨੂੰ ਰੋਕਿਆ। ਔਰ ਜਦੋਂ ਡਾਕਟਰ ਨੇ ਸਾਨੂੰ ਦੱਸਿਆ ਕਿ ਹੋ ਸਕਦਾ ਜਿਹੜਾ ਬਲੀਡਿੰਗ ਦੇ ਕਾਰਨ ਇਹਨੂੰ ਬਲੱਡ ਚੜਾਉਣਾ ਪਵੇ ਤੇ ਉਹਨਾਂ ਨੇ ਇਹਦਾ ਬਲੱਡ ਟੈਸਟ ਦਾ ਸੈਂਪਲ ਲਿਆ ਤੇ ਉਦੋਂ ਇਹਦਾ ਬਲੱਡ 11 ਗ੍ਰਾਮ ਸੀਗਾ। और उसके बाद डॉक्टर ने इनकी दिमागी हालत देख के जैसे वे भागते थे, इनके ब्रेन के टेस्ट करने शुरू किए। हाँ जी ब्रदर जी, ਇਹਨਾਂ ਦੇ ਬ੍ਰੇਨ ਦੇ ਜਦੋਂ ਉਹਨਾਂ ਨੇ MRI ਟੈਸਟ, CT ਸਕੈਨ ਸਭ ਕੀਤਾ
ਤੇ ਉਹਦੇ ਵਿੱਚ ਇਹਦੇ ਬ੍ਰੇਨ ਦੀਆਂ ਨਸਾਂ ਜਿਹੜੀਆਂ ਬਲੌਕ ਹੋ ਚੁੱਕੀਆਂ ਸੀ, ਡੈਮੇਜ ਹੋ ਚੁੱਕੀਆਂ ਸੀਗੀਆਂ, ਜਿਹਦੇ ਕਾਰਨ ਇਹ ਪਾਗਲਾ ਵਾਂਗੂ ਦੌੜਦਾ ਸੀ ਜਾਂ ਮਾਰਦਾ ਸੀ, ਕਿਸੇ ਦੇ ਕੰਟਰੋਲ ਦੇ ਵਿੱਚ ਨਹੀਂ ਸੀ ਆਂਦਾ ਇਹ। ਤੇ ਉਹਦੇ ਨਾਲ ਸਾਨੂੰ ਬਾਅਦ ਚ ਪਤਾ ਲੱਗਾ ਕਿ ਇਹਨੂੰ ਕਰੋਨਾ ਵੀ ਸੀਗਾ। ਤੇ ਉਹ ਡਾਕਟਰ ਨੇ ਇਹਦੇ ਪੂਰੇ ਬੋਡੀ ਦੇ ਟੈਸਟ ਕੀਤੇ ਔਰ ਸਾਨੂੰ ਦੱਸਿਆ ਕਿ ਇਹ ਤੁਹਾਡਾ ਬ੍ਰਦਰ ਹੈ, ਬਚਣਾ ਨਹੀਂ ਹੈਗਾ। ਤੁਸੀਂ ਕਿਸੇ ਵੀ ਹਸਪੀਟਲ ਦੇ ਵਿੱਚ ਲੈ ਜਾਓ, PGI ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ, कोई भी बड़े तो बड़ा डॉक्टर इन्हें बचा नहीं सकता। डॉक्टर ने इनकी हालत, इनकी कंडीशन देखकर, इनके टेस्ट जो किए, उन्होंने आपको जवाब दे दिया कि आप इनको अपने घर ले जाओ, ये नहीं बचेंगे, नहीं बचूगा, कहीं पर भी आप ले जाओ, किथे भी ले जाओ। ब्रदर जी साडी फैमिली विच मेरे मामा जी दी फैमिली डॉक्टर है, ਅਸੀਂ ਉਹ ਰਿਪੋਰਟਾਂ ਉਹਨਾਂ ਨੂੰ ਵੀ ਦਿਖਾਈਆਂ ਔਰ ਉਹਨਾਂ ਨੇ ਵੀ ਸੇਮ ਇਹੀ ਕਿਹਾ ਕਿ ਤੁਸੀਂ ਤਸੱਲੀ ਰੱਖੋ, ਬਟ ਇਹਦੀ ਮਤਲਬ ਕਿ ਜ਼ਿੰਦਗੀ ਖਤਮ ਆ ਕੇ ਹੁਣ ਚਾਂਸ ਹੈ ਨਹੀਂ ਕਿ ਤੁਸੀਂ ਇਹ ਟੈਨਸ਼ਨ ਨਾ ਲਓ ਕਿ ਇਹਨੇ ਜਾਣਾ ਹੀ ਜਾਣਾ। ਪਰ ਸਾਡਾ ਪਰਮੇਸ਼ਵਰ ਦੇ ਵਿੱਚ ਇੰਨਾ ਵਿਸ਼ਵਾਸ ਸੀ, ਡਾਕਟਰ ਨੇ ਸਾਨੂੰ ਜਵਾਬ ਦਿੱਤਾ, ਅਸੀਂ ਉਹਨੂੰ ਘਰ ਲੈ ਕੇ ਆਏ ਔਰ ਜ਼ਬੂਰਾ 91 ਔਰ ਪਰਮੇਸ਼ਵਰ ਦੇ ਵਚਨ ਸੁਣਦੇ ਰਹੇ। ਔਰ ਇੱਕ ਦਿਨ ਅਸੀਂ 30 ਮਈ ਦੀ ਆਨਲਾਈਨ ਮੀਟਿੰਗ ਦੇਖ ਰਹੇ ਸੀ YouTube ਤੇ, ਮੈਂ ਤੇ ਮੇਰਾ ਬ੍ਰਦਰ ਬੈਠੇ ਸੀਗੇ। ਜਿੱਦਾਂ ਹੀ ਅਸੀਂ ਔਰ ਮੀਟਿੰਗ ਨੂੰ ਰਿਸੀਵ ਕੀਤਾ, ਪਾਪਾ ਨੇ ਕਿਹਾ ਕਿ ਹੀਲਿੰਗ ਤੁਹਾਡੀਆਂ ਨਾੜੀਆਂ ਦੇ ਵਿੱਚ, ਤੁਹਾਡੀਆਂ ਹੱਡੀਆਂ ਦੇ ਵਿੱਚ ਐਂਟਰ ਕਰਨ ਜਾ ਰਹੀ ਹੈ। ਜੋ ਨਹੀਂ ਕਰ ਸਕਦੇ ਉਹ ਕਰੋ। ਔਰ ਪਰਮੇਸ਼ਵਰ ਦਾ ਵਚਨ ਦੋ ਧਾਰੀ ਤਲਵਾਰ ਹੈ ਔਰ ਉਹ ਚੰਗਾ ਕਰਦਾ ਆ। ਜ਼ਬੂਰ 91 ਤੁਹਾਡੇ ਲਈ ਜ਼ਿੰਦਗੀ ਆ ਔਰ ਮੈਂ ਉਸ ਵਚਨ ਨੂੰ ਜ਼ਿੰਦਗੀ ਭਰ ਦੁਹਰਾਵਾਂਗੀ। हालेलुया। डॉक्टर ने आपके भाई को पूरी तरह जवाब दे दिया था कि हम ट्रीटमेंट कर रहे हैं, ये नहीं बचेगा, नहीं ब्रदर आप कहीं पर भी ले जाओ। और आपके रिश्तेदार जो थे वो भी डॉक्टर थे, आपने उन सभी रिपोर्ट्स को चेक करवाया। हाँ जी ब्रदर जी। और उन्होंने भी आपको यही बोला, यही बोले कि इसको आप घर ले जाओ, ये नहीं बचेगा। हाँ जी ब्रदर जी। और आप घर लेकर आ गए और प्रार्थना सुनते रहे, विश्वास रखा परमेश्वर पर। हाँ जी ब्रदर। और लगातार आप मीटिंग्स को देखते रहे। हाँ जी ब्रदर जी। और यही प्रार्थना करते थे कि परमेश्वर ही हमें अब चंगा करेगा। हाँ जी। उस समय आपके मन में वैसे क्या चल रहा था जब डॉक्टर ने बिल्कुल जवाब दे दिया था? ब्रदर जी मैं खुद ਏਡੀ ਵੱਡੀ ਗਵਾਈਆਂ, ਮੈਨੂੰ ਪੈਰਾਲਾਈਜ਼ ਹੋਇਆ ਸੀ। ਮੈਂ ਇੱਥੋਂ ਪਹਿਲੀ ਵਾਰੀ ਆਈ ਸੀ, ਉਹ ਚੰਗੀ ਹੋਈ ਸੀ ਔਰ ਮੇਰਾ ਭਰਾ ਵੀ ਪਹਿਲੀ ਵਾਰੀ ਆਇਆ ਸੀ ਤੇ ਮੈਨੂੰ ਕਿਹਾ ਸੀ, ਮੈਂ ਕਿਹਾ ਅੱਜ ਦੀ ਲਾਈਫ ਔਰ ਪਹਿਲੀ ਲਾਈਫ ਤੋਂ ਚੈੱਕ ਕਰਕੇ ਦੇਖੀ ਕਿ ਪਰਮੇਸ਼ਵਰ ਜ਼ਿੰਦਗੀ ਬਦਲਦਾ ਆ, ਜ਼ਾਤ ਜਾਂ ਧਰਮ ਨਹੀਂ। ਉਹ ਪਰਮੇਸ਼ਵਰ ਜ਼ਿੰਦਗੀ ਦਿੰਦਾ ਆ, ਮੌਤ ਨਹੀਂ, ਕਿਉਂਕਿ ਉਹ ਖੁਦ ਮੌਤ ਦੀ ਸੂਲੀ ਤੇ ਚੜਿਆ ਸਾਨੂੰ ਜ਼ਿੰਦਗੀ ਦੇਣ ਲਈ। ਅਸੀਂ ਉਹਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਔਰ ਜੀਂਦੇ ਰਵਾਂਗੇ। हालेलुया। आप बहन, आप विश्वास में थी कि परमेश्वर मुझे हील कर सकता तो मेरे भाई को भी करेगा। हाँ जी ब्रदर मगर जी। आपका परिवार उस समय क्या कह रहा था? ਬ੍ਰਦਰ ਜੀ ਮੈਂ ਸਹੀ ਦੱਸਾਂ ਤੇ ਮੇਰੇ ਵਿਰੋਧੀ, ਸਭ ਤੋਂ ਵੱਡਾ ਮੇਰਾ ਵਿਰੋਧੀ ਇਹ ਸੀਗਾ। ਮੇਰੀ ਮੰਮੀ ਔਰ ਮੇਰੇ ਭਰਾ ਨੇ ਮੇਰਾ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਸੀ। ਮੇਰਾ ਜਲੰਧਰ 'ਚ ਐਂਟਰੀ ਕਰਨਾ ਬੰਦ ਕਰਤਾ ਸੀ। ਮੈਂ ਫਗਵਾੜੇ 'ਚ ਰਹਿੰਦੀ ਆ ਔਰ ਜਦੋਂ ਮੈਂ ਬੈਪਟਾਈਜ਼ ਲਿਆ ਸੀਗਾ, ਮੇਰੇ ਮੰਮੀ ਔਰ ਮੇਰੇ ਭਰਾ ਦੀ ਸਟੇਟਮੈਂਟ ਸੀ ਕਿ ਤੂੰ ਜਲੰਧਰ 'ਚ ਐਂਟਰੀ ਨਹੀਂ ਕਰਨੀ, ਜਾਂ ਪ੍ਰਭੂ ਯਿਸੂ ਨੂੰ ਛੱਡ ਦੇ ਜਾਂ ਸਾਨੂੰ ਛੱਡ ਦੇ। ਔਰ ਮੈਂ ਇਹਨਾਂ ਨੂੰ ਛੱਡਿਆ ਔਰ ਪਰਮੇਸ਼ਵਰ ਨੇ ਇਹਨਾਂ ਨੂੰ ਬਚਾਇਆ। और आपने परमेश्वर को अहमियत दी, अपने परिवार वालों की नहीं सुनी, खुदा को अहमियत दी। हाँ जी। और उस दुख में भी जब आप पूरी तरह निराश हो चुके थे, पूरा परिवार निराश हो चुका था, रिश्तेदार भी बोलते थे कि बस अब ये नहीं बचेगा, बिल्कुल बस डेड है, ये बेड पर ही है पूरी तरह। हाँ जी। आप ईमान में बने रहे। 20 मई 2021 को आप ऑनलाइन मीटिंग अटेंड कर रहे थे। हाँ जी। तो परमेश्वर के दास ने उस दिन प्रार्थना की। हाँ जी। क्या कहा उस दिन प्रार्थना में परमेश्वर के दास ने? ਪਰਮੇਸ਼ਵਰ ਦੇ ਦਾਸ ਅਪਰੇਰਿਤ ਕਨੂਲਾ ਜੀ ਨੇ ਕਿਹਾ ਕਿ ਹੀਲਿੰਗ ਤੁਹਾਡੀਆਂ ਨਾੜੀਆਂ ਦੇ ਵਿੱਚ, ਤੁਹਾਡੀਆਂ ਹੱਡੀਆਂ ਦੇ ਵਿੱਚ ਐਂਟਰ ਕਰਨ ਜਾ ਰਹੀ ਆ। ਜੋ ਨਹੀਂ ਕਰ ਸਕਦੇ ਉਹ ਕਰੋ। ਔਰ ਉਸੇ ਟਾਈਮ ਮੇਰੇ ਬ੍ਰਦਰ ਦੇ ਪੈਰਾਂ 'ਚ ਬਹੁਤ ਜ਼ਿਆਦਾ ਸਵੈਲਿੰਗ ਸੀਗੀ ਔਰ ਉਹ ਸਵੈਲਿੰਗ ਵੀ ਗਈ ਔਰ ਉੱਠ ਕੇ ਦੌੜਿਆ, ਚੱਲਿਆ, ਘੁੰਮਿਆ, ਖਾਂਦਾ ਪੀਂਦਾ सब कुछ करता है। आइए हम पहले उस प्रार्थना की को देखते हैं जब परमेश्वर के दास ने प्रार्थना की। हाथों को उठा के आराधना करो, अपने हाथों को उठा के उस फायर को रिलीज करो अपनी बॉडी के ऊपर। होली गोस्ट फायर इन द नेम ऑफ जीसस। रिलीज करो होली गोस्ट फायर को यीशु मसीह के नाम में अभी, राइट नाउ। जो बीमार है यीशु मसीह के नाम में चंगे हो जाओ और आजाद हो जाओ। जो नहीं कर सकते उसे करो यीशु मसीह के नाम में। और जैसे ही परमेश्वर के दास ने वो प्रार्थना की, आपने विश्वास के साथ उन वर्ड को अपने भाई के लिए रिसीव किया। हाँ जी ब्रदर। क्या हुआ उसके बाद जब आपने उन शब्दों को रिसीव किया? ਬ੍ਰਦਰ ਜੀ ਜਦੋਂ ਪ੍ਰੇਅਰ ਨੂੰ ਮੈਂ ਰਿਸੀਵ ਕੀਤਾ ਤੇ ਮੇਰਾ ਬ੍ਰਦਰ ਮੇਰੇ ਕੋਲ ਬੈਠਾ ਸੀ, ਅਸੀਂ ਮੀਟਿੰਗ ਆਨਲਾਈਨ ਦੇਖ ਰਹੇ ਸੀਗੇ
ਤੇ ਇਹਨੂੰ ਮੈਂ ਕਿਹਾ ਉੱਠ ਕੇ ਚੱਲ ਘੁੰਮ, ਉਹ ਘੁੰਮਿਆ ਦੌੜਿਆ ਉੱਠਿਆ ਬੈਠਿਆ ਸਭ ਬਿਲਕੁਲ ਪਰਫੈਕਟ ਸੀ ਇਹ, ਕੋਈ ਪ੍ਰੋਬਲਮ ਨਹੀਂ। ਉਸ ਦਿਨ ਤੋਂ ਅੱਜ ਤੱਕ ਪੂਰੀ ਤਰ੍ਹਾਂ ਖਾ ਰਿਹਾ ਆ, ਸੈਰ ਵੀ ਕਰਨ ਜਾਂਦਾ ਆ, ਕੋਈ ਪ੍ਰੋਬਲਮ ਨਹੀਂ, ਕੋਈ ਦੁਸ਼ਟ ਆਤਮਾ ਦਾ ਅਟੈਕ ਨਹੀਂ, ਕੋਈ ਇਹਨੂੰ ਯਾਨੀ ਕਿ ਪਾਗਲਪਨ ਦੇ ਦੌਰੇ ਜਿਹੜੇ ਪੈਂਦੇ ਕੁਝ ਨਹੀਂ ਪੈਂਦਾ, ਬਿਲਕੁਲ ਹੀਲ ਹੋ ਚੁੱਕਾ ਆ। ਪਰ परमेश्वर ने उन्हें एक नवी जिंदगी दी है। और आपने उसी समय अपने भाई को कहा उठ और चल फिर। हाँ जी। और उसी तरह आपके भाई ने चलना फिरा, अपने आप को चेक किया, ये पूरी तरह से उस दिन से ठीक है। हाँ जी बिल्कुल, उस दिन तो बिल्कुल चंगी तरह ठीक है, बिल्कुल परमेश्वर ने इन्हें नवी जिंदगी दी है। जिदा उसने मौत तो फतेह पाई सी, वो अज भी मौत तो फतेह पाउंदा ते दिंदा आया। हालेलुया। और आपने उसी दिन अपने भाई की इंस्टेंट टेस्टमनी भी दी। हाँ जी, उसे आइए हम उस वीडियो को देखते हैं, उस टेस्टमनी को। इसका ब्रेन डैमेज हो गया था, ब्रेन अटैक होते थे, बेड पे था, नस फट गई थी और कोरोना पेशेंट था ये। ओके वीडियो दिखाओ। और ये बेड पे था, अभी उठा ये राइट नाउ। इसका ब्रेन डैमेज था कोरोना के कारण। अपने हाथों को उठाओ। आप देख सकते हैं कि बोर्ड पर कितनी सारी रिपोर्ट्स लगी हुई हैं जो डॉक्टरों ने इनके टेस्ट किए थे, इनको चेक करके बोला था कि इनका ब्रेन की नस बिल्कुल डैमेज हो चुका है, खत्म हो चुके हैं, नहीं बचेंगे, आप इनको घर ले जाओ। और ये घर में आ गए, छुट्टी लेके विश्वास रखा, प्रार्थना में बने रहे और आज ये आपके सामने पुलपट पर खड़े हैं। इन्होंने उसी समय चेक किया था, बिल्कुल ठीक है। उस दिन से इस बड़ी अद्भुत गवाही के लिए परमेश्वर के नाम को महिमा दें। सब जन अगर आप ऑनलाइन भी देखते हैं तो अपने हाथों को उठा के खड़े होकर सब जन उस जीवित परमेश्वर के नाम को महिमा दें। खड़े होकर सब जन अब ये भाई उस दिन से पूरी तरह ठीक हैं। भाई आप थोड़ा चल के और उठ बैठ के दिखाएं। सब जन जोर से इस अद्भुत गवाही के लिए। ये वो पर्सन है आपके सामने खड़ा है जिसे डॉक्टर ने जवाब दे दिया था, बिल्कुल बेड पर थे, टोटली बेड पर थे, कोई आस नहीं थी, विश्वास रखा। आज परमेश्वर के सामने, प्रभु की हजूरी में आपके सामने ये खड़े हैं। सब जन जोर से इस बड़ी अद्भुत गवाही के लिए वो जीवित परमेश्वर के नाम को महिमा दें। हालेलुया। परमेश्वर के दास के द्वारा टीचिंग्स को सुनने के लिए, अनाउंसमेंट्स और अपडेट्स को जानने के लिए आप हमारे YouTube चैनल को सब्सक्राइब करें और साथ में बेल आइकन को दबाएं ताकि जब भी कोई नई अपडेट हो तो आप सबसे पहले जान सकें।